जी बोलदਿਆਂ सिख कतलेआम की 1984 की गल की है। सिर्फ 1984 के सिख कतलेआम ਨੂੰ ਉਹ ਆਪਣੀ ਰਾਜਨੀਤਿਕ ਬਚਾਓ ਲਈ ਵਰਤਦੇ। ਬੀਬੀ ਸਮਰਤੀ ਇਰਾਨੀ ਨੇ ਬੇਭਰੋਸਗੀ ਦੇ ਵੋਟ ਦੌਰਾਨ ਕਿਹਾ ਹੈਗਾ ਵੀ ਕਾਂਗਰਸ ਦਾ ਦਾਮਨ 1984 ਦੇ ਵਿੱਚ ਸਿੱਖਾਂ ਦੇ ਖੂਨ ਨਾਲ ਲਿਬੜਿਆ ਹੋਇਆ ਹੈ। ਜਿਹੜੀ ਭਾਜਪਾ ਦੀ ਲੀਡਰਸ਼ਿਪ ਆ ਉਹ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਪ੍ਰਮੁੱਖ ਮੁੱਦਾ ਬਣਾਉਂਦੀ ਹੈ। ਉਹ 1984 ਵਿੱਚ ਸਿੱਖਾਂ ਨਾਲ ਗਲਤ ਹੋਇਆ ਤਾਂ ਜਿਹੜਾ ਜੂਨ ਵਿੱਚ ਹੋਇਆ ਉਹਦੇ ਖਿਲਾਫ ਪਾਰਲੀਮੈਂਟ ਵਿੱਚ ਮਤਾ ਪਾਓ। ਹੁਣ ਜਗਦੀਸ਼ ਟਾਈਟਲਰ ਵਰਗਾ ਬੰਦਾ ਜੇ 9 ਸਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਬਾਹਰ ਬੈਠਾ, ਇਟ ਮੀਨਸ ਤੁਸੀਂ ਸਾਨੂੰ ਮੂਰਖ ਬਣਾ ਰਹੇ ਹੋ। ਸੋ ਇਹ ਸਾਰਾ ਇੱਕੋ ਇਸ ਤਰ੍ਹਾਂ 2002 ਵਿੱਚ ਗੁਜਰਾਤ ਵਿੱਚ ਹੋਇਆ ਸੀ, ਉਹ ਵੀ ਪੋਲੀਟੀਕਲੀ ਮੋਟੀਵੇਟਡ ਤੇ ਆਰਗੇਨਾਈਜ਼ਡ ਕ੍ਰਾਈਮ ਸੀਗੀਆਂ। ਰਾਜਸਥਾਨ ਤੇ ਤੇਲੰਗਾਨਾ ਤੇ ਉਹਦੇ ਵਿੱਚ ਹੁੰਦੀਆਂ ਉਹ ਛੋਟੇ-ਮੋਟੇ ਘਟਨਾਵਾਂ ਨੇ, ਉਹ ਹਰੇਕ ਸੁਸਾਇਟੀ ਵਿੱਚ ਹੁੰਦੀਆਂ ਨੇ। ਬੇਸ਼ੱਕ ਅਸੀਂ ਉਹਨਾਂ ਦੀ ਹਮਾਇਤ ਨਹੀਂ ਕਰਦੇ, ਉਹ ਵੀ ਨਹੀਂ ਹੋਣੀਆਂ ਚਾਹੀਦੀਆਂ ਹਨਾ, ਪਰ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਆ ਪੋਲੀਟੀਕਲੀ ਮੋਟੀਵੇਟਡ ਆ, ਸਰਕਾਰਾਂ ਵੱਲੋਂ ਮੋਟੀਵੇਟ ਕੀਤੇ ਜਾਂਦੇ ਆ, ਉਹ ਵੱਧ ਦਰਦਨਾਕ। ਮਣੀਪੁਰ ਦੇ ਮਸਲੇ ਨੂੰ ਲੈ ਕੇ ਪਿਛਲੇ ਦਿਨੀ ਜਿਹੜਾ ਹੈ ਭਾਰਤੀ ਸੰਸਦ ਦੇ ਵਿੱਚ ਜਿਹੜਾ ਹੈ ਮਤਾ ਪਾਸ ਕੀਤਾ ਗਿਆ ਸੀ ਬੇਭਰੋਸਗੀ ਦਾ, ਜਿਸ ਤੋਂ ਬਾਅਦ ਬਹੁਤ ਸਾਰੀਆਂ ਬਹਿਸ ਹੋਈਆਂ। ਪਹਿਲਾਂ ਤੇ ਕਈ ਦਿਨ ਜਿਹੜਾ ਹੈਗਾ ਪ੍ਰਧਾਨ ਮੰਤਰੀ ਉੱਥੇ ਨਹੀਂ ਆਉਂਦੇ ਹੈਗੇ, ਫਿਰ ਪ੍ਰਧਾਨ ਮੰਤਰੀ ਵੀ ਬੋਲੇ ਹੈਗੇ ਆ ਤੇ ਉਹਨਾਂ ਦੇ ਨਾਲ ਸਮ੍ਰਿਤੀ ਇਰਾਨੀ ਜਿਹੜੇ ਨੇ ਕੈਬਨਿਟ ਮੰਤਰੀ ਉਹ ਵੀ ਬੋਲੇ ਹੈਗੇ ਆ। ਤੇ ਸਰਦਾਰ ਅਵਤਾਰ ਸਿੰਘ ਜੀ ਬੋਲਦਿਆਂ ਸਿੱਖ ਕਤਲੇਆਮ ਦੀ 1984 ਦੀ ਗੱਲ ਕੀਤੀ ਹੈਗੀ ਆ, ਕੀ ਕਹੋਗੇ ਕਿਵੇਂ ਚੇਤੇ ਆ ਗਿਆ ਸਿੱਖ ਕਤਲੇਆਮ? ਹਾਂਜੀ, ਜਦੋਂ ਵੀ ਨਾ ਇਹ ਭਾਰਤੀ ਜਨਤਾ ਪਾਰਟੀ ਕਿਸੇ ਵੱਡੇ ਕਤਲੇਆਮ ਦੇ ਦੋਸ਼ਾਂ ਵਿੱਚ ਫਸ ਜਾਂਦੀ ਹੈ ਤਾਂ ਉਹ 1984 ਦੇ ਸਿੱਖ ਕਤਲੇਆਮ ਨੂੰ ਸਭ ਤੋਂ ਅੱਗੇ ਲੈ ਆਉਂਦੀ ਆਪਣਾ ਬਚਾਅ ਕਰਨ ਲਈ। ਉਹਦਾ ਨਾ ਸਿੱਖਾਂ ਨਾਲ ਕੋਈ ਹਮਦਰਦੀ ਹੈ, ਨਾ ਸਿੱਖਾਂ ਤੇ ਹੋਏ ਜ਼ੁਲਮ ਬਾਰੇ ਉਹਨਾਂ ਨੂੰ ਕੋਈ ਦੁੱਖ ਦਰਦ ਹੈਗਾ, ਤੇ ਨਾ ਹੀ ਉਹ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਉਹਨਾਂ ਦੇ ਮਨ ਵਿੱਚ ਕੋਈ ਇੱਛਾ ਸ਼ਕਤੀ ਹੈਗੀ ਹੈ। ਸਿਰਫ 1984 ਦੇ ਸਿੱਖ ਕਤਲੇਆਮ ਨੂੰ ਉਹ ਆਪਣੀ ਰਾਜਨੀਤਿਕ ਬਚਾਓ ਲਈ ਵਰਤਦੇ ਨੇ, ਇੱਕ ਢਾਲ ਦੇ ਤੌਰ ਤੇ ਵਰਤਦੇ ਨੇ ਹਨਾ। ਸੋ ਵਾਰ-ਵਾਰ ਇਹ ਪ੍ਰਕਾਸ਼ ਸਿੰਘ ਬਾਦਲ ਵੀ ਕਰਦੇ ਰਹੇ ਆ। ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਵੋਟਾਂ ਆ ਜਾਂਦੀਆਂ ਸੀ ਨੇੜੇ ਤਾਂ ਉਹ ਅਕਾਲ ਤਖਤ ਦਾ ਹਮਲਾ ਔਰ 84 ਦਾ ਕਤਲੇਆਮ ਸਾਹਮਣੇ ਆ ਜਾਂਦਾ ਸੀ। ਹੁਣ ਬੀਬੀ ਸਮਰਤੀ ਇਰਾਨੀ ਨੇ ਬੇਭਰੋਸਗੀ ਦੇ ਵੋਟ ਦੌਰਾਨ ਕਿਹਾ ਹੈਗਾ ਵੀ ਕਾਂਗਰਸ ਦਾ ਦਾਮਨ 1984 ਦੇ ਵਿੱਚ ਸਿੱਖਾਂ ਦੇ ਖੂਨ ਨਾਲ ਲਿਬੜਿਆ ਹੋਇਆ ਹੈ। ਇਸੇ ਦੌਰਾਨ ਜਦੋਂ ਆਖਰੀ ਦਿਨ ਪਿਛਲੇ ਦਿਨੀ, ਕਿਉਂਕਿ ਪ੍ਰਧਾਨ ਮੰਤਰੀ ਜਿਵੇਂ ਤੁਸੀਂ ਦੱਸਿਆ ਸਮੁੱਚੀ ਬਹਿਸ ਦੌਰਾਨ ਸਮੁੱਚੇ ਸੈਸ਼ਨ ਦੌਰਾਨ ਪਾਰਲੀਮੈਂਟ ਵਿੱਚ ਨਹੀਂ ਆਏ, ਕੱਲ ਆਖਰੀ ਦਿਨ ਆਏ ਸੀ ਜਦੋਂ ਉਹਨਾਂ ਨੇ ਆਪਣਾ ਭਾਸ਼ਣ ਦੇਣਾ ਸੀ ਹੈ ਨਾ। ਸੋ ਉਹਨਾਂ ਨੇ ਵੀ ਆਪਣੇ ਭਾਸ਼ਣ ਵਿੱਚ ਇਹ ਗੱਲ ਕਹੀ ਆ। ਉਹ ਹੁਣ 1984 ਨਵੰਬਰ ਤੋਂ ਥੋੜਾ ਜਿਹਾ ਜੂਨ ਵੱਲ ਆ ਗਿਆ। ਹੁਣ ਆਪਾਂ ਇਹਨੂੰ ਦੇਖਦੇ ਹੈਗੇ ਆ। ਜਿਹੜੀ ਭਾਜਪਾ ਦੀ ਲੀਡਰਸ਼ਿਪ ਆ ਉਹ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਪ੍ਰਮੁੱਖ ਮੁੱਦਾ ਬਣਾਉਂਦੀ ਹੈ। ਉਹ ਸੱਚ ਤਾਂ ਬੋਲਦੀ ਆ ਪਰ ਪੂਰਾ ਸੱਚ ਨਹੀਂ ਬੋਲਦੀ। ਜਿਹੜਾ ਪੂਰਾ ਸੱਚ ਹੁੰਦਾ ਉਹ ਝੂਠ ਨਾਲੋਂ ਵੀ ਵੱਧ ਖਤਰਨਾਕ ਹੁੰਦਾ। ਹੁਣ ਉਹ ਕੀ ਕਰਦੇ, ਉਹ ਕਹਿੰਦੇ ਆ ਵੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਦਾ ਕਤਲੇਆਮ ਹੋਇਆ, ਇਹ ਖਤਰਨਾਕ ਸੀ। ਉਹ ਇੱਥੋਂ ਤੱਕ ਸੀਮਤ ਰਹਿੰਦੇ ਆ, ਪੂਰਾ ਸੱਚ ਨਹੀਂ ਬੋਲਦੇ। ਹੁਣ ਜੇ 1984 ਦਾ ਨਵੰਬਰ ਦਾ ਕਤਲੇਆਮ ਗਲਤ ਸੀ, ਫਿਰ 1984 ਦਾ ਜਿਹੜਾ ਜੂਨ ਦਾ ਹਮਲਾ ਹੋਇਆ ਉਹ ਕੀ ਸੀ, ਕਿਵੇਂ ਸੀਗਾ, ਭਾਜਪਾ ਉਹਨੂੰ ਕਿੱਦਾਂ ਲੈਂਦੀ ਆ, ਉਹਦੇ ਬਾਰੇ ਨਹੀਂ ਸਪਸ਼ਟ ਕਰਦੇ ਹੋ ਨਾ। ਉਹਦੇ ਬਾਰੇ ਤਾਂ ਇਹਨਾਂ ਦੇ ਆਪਣੇ ਜਲੂਸ ਕਰਦਿਆਂ ਦੀਆਂ ਤਸਵੀਰਾਂ ਹੈਗੀਆਂ, ਉਹਨਾਂ ਦੀਆਂ ਅਡਵਾਨੀ ਹੋਣਾ ਵੀ ਇੱਥੇ ਫੌਜ ਲੈ ਗਿਆ ਉਹ ਤੇ ਉਹਨੂੰ ਠੀਕ ਕਿਵੇਂ ਕਹਿ। ਬਿਲਕੁਲ ਉਹੀ ਗੱਲ ਹੈ ਨਾ ਵੀ ਉਹ ਅਧੂਰਾ ਸੱਚ ਬੋਲ ਰਹੇ ਨੇ। ਜੇ 1984 ਨਵੰਬਰ ਦਾ ਕਤਲੇਆਮ ਗਲਤ ਆ ਤਾਂ ਉਹ ਗਲਤ ਤਾਂ ਹੋਇਆ ਵੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਹੋਇਆ ਨਾ ਕਤਲੇਆਮ। ਇਟ ਮੀਨਸ ਫਿਰ ਇੰਦਰਾ ਗਾਂਧੀ ਦੀ ਮੌਤ ਕਾਹਤੋਂ ਹੋਈ? ਉਹ ਹੋਈ ਵੀ ਉਹਨੇ ਜੂਨ ਵਿੱਚ ਹਮਲਾ ਕਰਿਆ ਹਨਾ। ਫਿਰ ਹੁਣ ਜੇ 1984 ਦਾ ਨਵੰਬਰ ਦਾ ਸਿੱਖ ਕਤਲੇਆਮ ਗਲਤ ਆ, ਫਿਰ ਭਾਈ ਬੇਅੰਤ ਸਿੰਘ ਦੀ ਕਾਰਵਾਈ ਆ ਜਿਹੜੀ ਸਤਵੰਤ ਸਿੰਘ ਦੀ, ਉਹ ਜਸਟੀਫਾਈ ਹੁੰਦੀ ਆ ਬਿਲਕੁਲ ਹਨਾ। ਇਟ ਮੀਨਸ ਵੀ ਉਹ ਇੰਦਰਾ ਗਾਂਧੀ ਨੇ ਗਲਤੀ ਕਰੀ ਸੀ, ਸਿੱਖਾਂ ਨੇ ਉਹਨੂੰ ਜਸਟੀਫਾਈਏਬਲੀ ਮਾਰ ਦਿੱਤਾ ਤੇ ਉਹਦਾ ਫਿਰ ਉਹ ਤੋਂ ਬਾਅਦ ਜਿਹੜੇ ਉਹ ਕਤਲ ਹੋਏ। ਹੁਣ ਮਤਲਬ ਕਿ ਤੁਸੀਂ ਦੇਖੋ ਵੀ ਕਿੰਨਾ ਉਹ ਗਲਤ ਸਟੈਂਡ ਲੈ ਰਹੇ ਨੇ। ਹੁਣ ਹੁਣ ਤੱਕ 9 ਸਾਲ ਹੋ ਗਏ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ। ਫਿਰ ਜੇ ਉਹ 1984 ਵਿੱਚ ਸਿੱਖਾਂ ਨਾਲ ਗਲਤ ਹੋਇਆ ਤਾਂ ਜਿਹੜਾ ਜੂਨ ਵਿੱਚ ਹੋਇਆ ਉਹਦੇ ਖਿਲਾਫ ਪਾਰਲੀਮੈਂਟ ਵਿੱਚ ਮਤਾ ਪਾਓ ਵੀ ਇੰਦਰਾ ਗਾਂਧੀ ਨੇ ਜੂਨ 1984 ਵਿੱਚ ਜਿਹੜਾ ਹਮਲਾ ਕਰਿਆ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਉਹ ਗਲਤ ਸੀ, ਉਹ ਸਰਕਾਰੀ ਟੈਰਰਿਜ਼ਮ ਸੀ, ਜਿਸ ਕਰਕੇ ਸਿੱਖਾਂ ਨੇ ਰੋਸ ਵਿੱਚ ਆ ਕੇ ਉਹ ਇੰਦਰਾ ਗਾਂਧੀ ਤੇ ਹਮਲਾ ਕਰਿਆ ਤੇ ਉਹ ਤੋਂ ਬਾਅਦ ਜਿਹੜਾ ਕਤਲੇਆਮ ਹੋਇਆ ਉਹ ਵੀ ਗਲਤ ਸੀ ਹੈ ਨਾ। ਹੁਣ 9 ਸਾਲਾਂ ਵਿੱਚ ਜੂਨ 1984 ਦੇ ਦੌਰਾਨ ਜੋ ਕੁਝ ਹੋਇਆ ਉਹਦੇ ਖਿਲਾਫ ਕੋਈ ਮਤਾ ਨਹੀਂ ਪਾਇਆ ਗਿਆ, ਕਿਸੇ ਨੇ ਕੋਈ
ਅਫਸੋਸ ਨਹੀਂ ਔਰ ਪ੍ਰਗਟ ਕਰਿਆ। ਵੱਡੀ ਗੱਲ ਇਹ ਹੈਗੀ ਕਿ ਜੇ ਖਾਸ ਕਰਕੇ US ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਉਹਨਾਂ ਦੀਆਂ ਜੇ ਆਪਾਂ ਕਹੀਏ ਕਿ ਸਟੇਟਸ ਦੇ ਵਿੱਚ ਜਾਂ ਸੈਨੇਟ ਦੇ ਵਿੱਚ ਜਦੋਂ ਇਦਾਂ ਦਾ ਕੋਈ ਮਤਾ ਪੈਂਦਾ ਵੀ 84 ਚ ਸਿੱਖਾਂ ਦਾ ਕਤਲੇਆਮ ਹੋਇਆ ਹੈ, ਉੱਥੇ ਉਹਦਾ ਵਿਰੋਧ ਭਾਰਤੀ ਸਰਕਾਰ ਉਹਦਾ ਵਿਰੋਧ ਕਰਦੀ ਹੈ ਕਿ ਸਿੱਖਾਂ ਦਾ ਕਤਲੇਆਮ ਨਹੀਂ ਹੋਇਆ। ਫਿਰ ਇਹ ਚਾਹੁੰਦੇ ਕੀ ਹੋ ਤੁਸੀਂ? ਇੱਕ ਬੰਨੇ ਰਾਜਨਾਥ ਸਿੰਘ ਖੁਦ ਕਹਿ ਰਹੇ ਨੇ ਕਿ ਕਤਲੇਆਮ ਸੀਗਾ, ਪਰ ਜਦੋਂ ਅਫੀਸ਼ੀਅਲ ਜਾ ਕੇ ਬੋਲਣਾ ਹੁੰਦਾ ਉਦੋਂ ਮਨਾ ਕਰ ਦਿੰਦੇ। ਹਾਂਜੀ ਹਾਂਜੀ, ਹੁਣ ਆਹੀ ਸਮਰਤੀ ਇਰਾਨੀ ਨੇ ਔਨ ਰਿਕਾਰਡ ਭਾਰਤ ਦੀ ਪਾਰਲੀਮੈਂਟ ਵਿੱਚ ਕਿਹਾ ਵੀ ਸਿੱਖਾਂ ਦਾ ਜਿਹੜਾ ਕਤਲੇਆਮ ਹੋਇਆ ਗਲਤ ਹੋਇਆ। ਜਦੋਂ ਅਮਰੀਕਾ ਜਾਂ ਕੈਨੇਡਾ ਵਿੱਚ ਹੁੰਦਾ ਉੱਥੇ ਇਹ ਵਿਰੋਧ ਭਾਰਤੀ ਜਨਤਾ ਪਾਰਟੀ ਇਹ ਵਿਰੋਧ ਕਰਦੀ ਹੈ ਹਨਾ, ਵੀ ਨਹੀਂ ਮਤਲਬ ਇਹ ਤੁਸੀਂ ਸਾਡੇ ਇੰਟਰਨਲ ਮਾਮਲਿਆਂ ਵਿੱਚ ਦਖਲ ਦੇ ਰਹੇ ਹੋ। ਸੋ 1984 ਦਾ ਜਿਹੜਾ ਨਵੰਬਰ ਦਾ ਕਤਲੇਆਮ ਆ ਉਹ ਜੂਨ ਦੇ ਕਤਲੇਆਮ ਨਾਲ ਮਿਲਿਆ ਹੋਇਆ। ਇਹਨੂੰ ਕੰਟੀਨਿਊਟੀ ਆਫ ਇਵੈਂਟਸ ਵਿੱਚ ਦੇਖੋ, ਜੂਨ ਦਾ ਕਤਲੇਆਮ ਵੀ ਰੱਦ ਕਰੋ, ਉਹਦੇ ਖਿਲਾਫ ਮਤਾ ਪਾਓ, ਜਿਹੜੇ ਸਿੱਖ ਅਫੈਕਟ ਹੋਏ ਨੇ ਉਹਨਾਂ ਨੂੰ ਜਿਸ ਜਾਂ ਮੁਆਵਜ਼ਾ ਦਿੱਤਾ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਵੇ। ਸੋ ਇਹ ਬਣਦਾ ਇਸੇ ਤਰ੍ਹਾਂ। ਫਿਰ 1984 ਦੇ ਹੁਣ ਜਗਦੀਸ਼ ਟਾਈਟਲਰ ਵਰਗਾ ਬੰਦਾ ਜੇ 9 ਸਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਬਾਹਰ ਬੈਠਾ, ਇਟ ਮੀਨਸ ਤੁਸੀਂ ਸਾਨੂੰ ਮੂਰਖ ਬਣਾ ਰਹੇ ਹੋ ਹਨਾ, ਵੀ ਤੁਸੀਂ ਸਿਰਫ ਆਪਣੇ ਬਚਾਓ ਲਈ ਤੁਸੀਂ 1984 ਦੇ ਕਤਲੇਆਮ ਨੂੰ ਵਰਤਦੇ। ਇੱਕ ਆਪਾਂ ਦੇਖਿਆ ਕਿ ਰਾਜਨੀਤੀ ਦੇ ਵਿੱਚ ਇਹ ਬੜਾ ਕਾਫੀ ਅਤੇ ਬਹਿਸ ਵੀ ਜਿਹੜੀ ਚਰਚਾ ਵੀ ਚੱਲ ਰਹੀ ਹੈਗੀ ਆ ਕਿ ਜਦੋਂ ਕੋਈ ਸਵਾਲ ਆਂਦਾ ਹੈ ਤੇ ਉਹ ਕਹਿ ਦਿੰਦੇ ਵੀ ਤੁਸੀਂ ਉਹ ਮਾੜਾ ਕੀਤਾ ਸੀ। ਮਤਲਬ ਇੱਕ ਬੰਦੇ ਨੇ ਮਾੜਾ ਕੰਮ ਕੀਤਾ ਹੈ, ਉਹ ਜੇ ਤੁਸੀਂ ਵੀ ਉਹੀ ਕਰਨਾ, ਤੁਸੀਂ ਵੀ ਉਹੀ ਕਰਨਾ ਹੈ। ਮਤਲਬ ਇਹ ਕੀ ਚੱਲਦਾ ਹੈ, ਕਿ ਟ੍ਰੈਂਡ ਕੀ ਹੈ, ਮਾਨਸਿਕਤਾ ਕੀ ਹੈ? ਕਿਉਂਕਿ ਹੁਣ ਵੀ ਆਪਾਂ ਦੇਖਿਆ ਮਣੀਪੁਰ ਦੇ ਮਸਲੇ 'ਚ ਭਾਰਤੀ ਜਨਤਾ ਪਾਰਟੀ ਦੇ ਲੀਡਰ ਉਹ ਰਾਜਸਥਾਨ ਦੀਆਂ ਇੱਕਾ ਦੁੱਕਾ ਘਟਨਾਵਾਂ ਨੂੰ, ਉਹ ਬੰਗਾਲ ਦੀਆਂ ਇੱਕਾ ਦੁੱਕਾ ਘਟਨਾਵਾਂ ਨੂੰ ਇਸ ਕਤਲੇਆਮ ਦੇ ਨਾਲ ਜੋੜ ਕੇ ਜਿਹੜਾ ਦੇਖਦੇ ਹੈਗੇ। ਸੋ ਜਿਹੜੀਆਂ ਰਾਜਸਥਾਨ ਜਾਂ ਹੋਰ ਥਾਵਾਂ ਤੇ ਹੁੰਦੀਆਂ ਉਹ ਆਈਸੋਲੇਟਡ ਇਵੈਂਟਸ ਆ, ਉਹ ਆਰਗੇਨਾਈਜ਼ਡ ਕ੍ਰਾਈਮ ਨਹੀਂ ਹੈਗੇ। ਸੋ ਆਰਗੇਨਾਈਜ਼ਡ ਕ੍ਰਾਈਮ ਹੋਇਆ ਮਣੀਪੁਰ ਵਿੱਚ ਤੇ ਹਰਿਆਣੇ ਵਿੱਚ ਜੀ ਹਨਾ। ਸੋ ਇਹਨਾਂ ਦੋਵਾਂ ਥਾਵਾਂ ਤੇ ਆਰਗੇਨਾਈਜ਼ਡ ਕ੍ਰਾਈਮ ਹੋਇਆ, ਜਿਸ ਤਰ੍ਹਾਂ ਨਵੰਬਰ 1984 ਵਿੱਚ ਸਿੱਖਾਂ ਦੇ ਖਿਲਾਫ ਹੋਇਆ ਸੀ। ਸੋ ਸਿੱਖਾਂ ਦੇ ਖਿਲਾਫ ਵੀ ਪੋਲੀਟੀਕਲੀ ਮੋਟੀਵੇਟਡ ਆਰਗੇਨਾਈਜ਼ਡ ਕ੍ਰਾਈਮ ਸੀ, ਮਣੀਪੁਰ ਵਿੱਚ ਵੀ ਪੋਲੀਟੀਕਲੀ ਮੋਟੀਵੇਟਡ ਜਿਹੜਾ ਹੈਗਾ ਕ੍ਰਾਈਮ ਹੋਇਆ, ਤੇ ਇਸ ਤਰ੍ਹਾਂ ਹਰਿਆਣੇ ਵਿੱਚ ਹੋਇਆ ਨਾ। ਸੋ ਇਹ ਸਾਰਾ ਇੱਕੋ ਇਸ ਤਰ੍ਹਾਂ 2002 ਵਿੱਚ ਗੁਜਰਾਤ ਵਿੱਚ ਹੋਇਆ ਸੀ, ਉਹ ਵੀ ਪੋਲੀਟੀਕਲੀ ਮੋਟੀਵੇਟਡ ਤੇ ਆਰਗੇਨਾਈਜ਼ਡ ਕ੍ਰਾਈਮ ਸੀਗੀਆਂ। ਰਾਜਸਥਾਨ ਤੇ ਤੇਲੰਗਾਨਾ ਤੇ ਉਹਦੇ ਵਿੱਚ ਹੁੰਦੀਆਂ ਉਹ ਛੋਟੇ-ਛੋਟੇ ਘਟਨਾਵਾਂ ਨੇ, ਉਹ ਹਰੇਕ ਸੁਸਾਇਟੀ ਵਿੱਚ ਹੁੰਦੀਆਂ ਨੇ। ਬੇਸ਼ੱਕ ਅਸੀਂ ਉਹਨਾਂ ਦੀ ਹਮਾਇਤ ਨਹੀਂ ਕਰਦੇ, ਉਹ ਵੀ ਨਹੀਂ ਹੋਣੀਆਂ ਚਾਹੀਦੀਆਂ ਹਨਾ, ਪਰ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਆ ਪੋਲੀਟੀਕਲੀ ਮੋਟੀਵੇਟਡ ਆ, ਸਰਕਾਰਾਂ ਵੱਲੋਂ ਮੋਟੀਵੇਟ ਕੀਤੇ ਜਾਂਦੇ ਆ, ਉਹ ਵੱਧ ਦਰਦਨਾਕ ਨੇ। ਹੁਣ ਮਣੀਪੁਰ ਦੇ ਮਸਲੇ ਤੇ ਪ੍ਰਧਾਨ ਮੰਤਰੀ 10-11 ਦਿਨ ਪਾਰਲੀਮੈਂਟ ਵਿੱਚ ਨਹੀਂ ਆਏ। ਕੱਲ ਜਦੋਂ ਸਾਰੇ ਮਤੇ ਦਾ ਉਹਨਾਂ ਨੇ ਆਪਣਾ ਪੱਖ ਰੱਖਣਾ ਸੀ, 2 ਘੰਟੇ 20 ਮਿੰਟ ਉਹਨਾਂ ਨੇ ਭਾਸ਼ਣ ਦਿੱਤਾ, ਉਹਦੇ ਵਿੱਚੋਂ ਪੌਣੇ 2 ਘੰਟੇ ਤੱਕ ਮਣੀਪੁਰ ਦਾ ਜ਼ਿਕਰ ਹੀ ਨਹੀਂ ਆਇਆ। ਉਹ ਤੋਂ ਬਾਅਦ ਪਾਰਲੀਮੈਂਟ ਵਿੱਚੋਂ ਵਿਰੋਧੀ ਧਿਰ ਉੱਠ ਕੇ ਚਲੇ ਗਈ, ਜਾਂ ਤਾਂ ਆਪਣਾ ਗੁਣਗਾਨ ਕਰਦੇ ਰਹੇ ਜਾਂ ਭਾਰਤੀ ਜਨਤਾ ਪਾਰਟੀ ਦਾ ਗੁਣਗਾਨ ਕਰਦੇ ਰਹੇ ਤੇ ਕਾਂਗਰਸ ਤੇ ਟਿੱਪਣੀਆਂ ਕਰਦੇ ਰਹੇ, ਔਰ ਈਵਨ ਹੱਸਦੇ ਰਹੇ, ਕਹਿੰਦੇ ਹੱਸ ਲੋ ਖੁਸ਼ ਹੋ ਲੋ ਹਨਾ। ਇੰਨਾ ਦਰਦਨਾਕ ਹਨਾ, ਔਰਤਾਂ ਦੀ ਬੇਪਤੀ ਹੋਈ ਆ, 150-200 ਬੰਦਾ ਮਾਰਿਆ ਗਿਆ, ਔਰ ਪੁਲਿਸ ਦੀਆਂ ਛਾਉਣੀਆਂ ਚੋਂ ਹਥਿਆਰ ਲੁੱਟ ਲਏ ਗਏ ਨੇ। ਔਰ ਇਦਾਂ ਮੇਰਾ ਖਿਆਲ ਪਹਿਲਾਂ ਕਦੀ ਨਹੀਂ ਹੋਇਆ ਹੋਣਾ। ਹੁਣ ਦੇਖੋਗੇ ਕਿਤੇ ਕੋਈ ਕਾਰਵਾਈ ਕਾਨੂੰਨ ਮਤਲਬ ਸਿੰਗਲ ਸਾਈਡਡ ਹੀ ਕੰਮ ਕਰਦਾ, ਸਿੰਗਲ ਸਾਈਡਡ ਵੀ ਉੱਥੇ ਹਥਿਆਰ ਲੁੱਟ ਲਏ ਗਏ ਨੇ ਹਨਾ। ਜਿਹੜਾ ਬਹੁ ਗਿਣਤੀ ਹਿੰਦੂ ਭਾਈਚਾਰਾ ਉਹਦੇ ਵੱਲੋਂ ਹਥਿਆਰ ਲੁੱਟ ਲਏ ਗਏ ਨੇ ਹਨਾ ਪੁਲਿਸ ਦੀਆਂ ਛਾਉਣੀਆਂ ਚੋਂ। ਸੋ ਕੋਈ ਕਾਰਵਾਈ ਨਹੀਂ, ਕੋਈ NSA ਨਹੀਂ, ਕੋਈ ਦਹਿਸ਼ਤ ਨਹੀਂ, ਔਰ ਕੋਈ ਜਿਹੜਾ ਨੈਸ਼ਨਲ ਮੀਡੀਆ ਉਹ ਨਹੀਂ ਬੋਲਦਾ ਨਾ। ਸੋ ਇਸ ਤਰ੍ਹਾਂ ਉਹ 1984 ਦੇ ਸਿੱਖ ਕਤਲੇਆਮ ਨੂੰ ਸਿਰਫ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਲਈ ਜਿਹੜਾ ਵਰਤਦੇ ਨੇ, ਜਿਹੜਾ ਗਲਤ ਹੈ, ਨਹੀਂ ਹੋਣਾ ਚਾਹੀਦਾ। ਇਨਸਾਫ ਸਾਰੀਆਂ ਘਟਨਾਵਾਂ ਦਾ ਮਿਲਣਾ ਚਾਹੀਦਾ। ਇੱਕ ਡੈਮੋਕ੍ਰੈਟਿਕ ਸੈਟਅਪ ਔਰ ਡੈਮੋਕ੍ਰੈਟਿਕ ਕੰਟਰੀ ਵਿੱਚ ਵਨ ਸਾਈਡਡ ਕਾਨੂੰਨ ਨਹੀਂ ਚੱਲਣਾ ਚਾਹੀਦਾ। ਸੋ ਵਨ ਵੇ ਟ੍ਰੈਫਿਕ ਨਹੀਂ ਹੋਣਾ ਚਾਹੀਦਾ, ਡਬਲ ਵੇ ਟ੍ਰੈਫਿਕ ਹੋਣਾ ਚਾਹੀਦਾ। ਹਰ ਦੋਸ਼ੀ, ਚਾਹੇ ਉਹ ਕਿਸੇ ਦਾ ਵੀ ਕੋਈ ਵੀ ਧਰਮ ਹੈਗਾ, ਦੋਸ਼ੀ ਹੈ, ਦੋਸ਼ੀ ਦੇ ਖਿਲਾਫ ਦੋਸ਼ੀ ਦੇ ਤੌਰ ਤੇ ਕਾਰਵਾਈ ਕਰੋ। ਉਹਦਾ ਧਰਮ, ਜਾਤ ਜਾਂ ਨਸਲ ਦੇਖ ਕੇ ਉਹਦੇ ਨਾਲ ਭੇਦਭਾਵ ਨਾ ਕਰੋ। ਜੀ ਬਿਲਕੁਲ ਜੀ। ਤੇ ਹੁਣ ਆਪਾਂ ਗੱਲਬਾਤ ਕਰ ਲੈਂਦੇ ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਦੀ, ਜਿਨ੍ਹਾਂ ਨੇ ਕਿ ਪਿਛਲੇ ਦਿਨੀ ਦੁਬਾਰਾ ਇੱਕ ਵਾਰੀ ਸਿੱਖ ਮਸਲੇ ਚੁੱਕੇ ਹੈਗੇ ਨੇ, ਚਾਹੇ ਦੇਸ਼ ਦੇ ਵਿੱਚ ਜਿਹੜਾ ਹੈ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ ਹੋਵੇ ਜਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਹੈ ਸਿੱਖਾਂ ਦੇ ਕਤਲ ਕੀਤੇ ਜਾ ਰਹੇ ਹੋਣ। ਕੀ ਕਹੋਗੇ ਸਰਦਾਰ ਅਵਤਾਰ ਸਿੰਘ ਜੀ, ਇੱਕ ਵਾਰੀ ਦੁਬਾਰਾ ਸਿਮਰਨਜੀਤ ਸਿੰਘ ਮਾਨ ਹਾਂਜੀ ਸੋ ਉਹਨਾਂ ਨੇ ਬੁਲੰਦ ਕੀਤੀ ਹੈ ਪਾਰਲੀਮੈਂਟ ਵਿੱਚ ਜਿਹੜੇ ਬੋਲੇ ਨੇ, ਕਿਉਂਕਿ ਬੇਭਰੋਸਗੀ ਦੇ ਮਤੇ ਤੇ ਉਹਨਾਂ ਨੂੰ ਕੁਝ 7-8 ਕੁ ਮਿੰਟ ਆ ਜਿਹੜਾ ਬੋਲਣ ਦਾ ਟਾਈਮ ਮਿਲਿਆ ਸੀ। ਸੋ ਉਹਨਾਂ ਨੇ ਆਖਿਆ ਵੀ ਉਹਨਾਂ ਨੇ ਇਹ ਗੱਲ ਕਲੀਅਰ ਕਰੀ ਵੀ ਮੈਂ ਕਾਂਗਰਸ ਦੀ ਹਮਾਇਤ ਨਹੀਂ ਕਰਦਾ। ਉਹ ਕਹਿੰਦੇ ਵੀ ਇਹ ਮਤਾ ਕੱਲੀ ਕਾਂਗਰਸ ਨੇ ਨਹੀਂ ਲਿਆਂਦਾ, ਸਮੁੱਚੀ ਵਿਰੋਧੀ ਧਿਰ ਨੇ ਲਿਆਂਦਾ। ਸੋ ਸਮੁੱਚੀ ਵਿਰੋਧੀ ਧਿਰ ਦਾ ਹਿੱਸਾ ਹੋਣ ਦੇ ਨਾਤੇ ਮੈਂ ਇਸ ਜਿਹੜਾ ਮਤੇ ਤੇ ਬੋਲ ਰਿਹਾ ਹੈਗਾ। ਸੋ ਉਹਨਾਂ ਨੇ ਕਲੈਰਿਟੀ ਕੀਤੀ ਹੈ ਬਿਲਕੁਲ, ਵੀ ਕਿਤੇ ਕੱਲ ਨੂੰ ਇਹ ਕਹਿਣ ਵੀ ਸਿਮਰਨਜੀਤ ਸਿੰਘ ਮਾਨ ਕਾਂਗਰਸ ਨਾਲ ਗੱਠਜੋੜ ਕਰ ਰਿਹਾ ਹੈਗਾ। ਸੋ ਉਹਨਾਂ ਨੇ ਜਿਸ ਤਰ੍ਹਾਂ ਉਹ ਕਹਿੰਦਾ ਵੀ ਲਗਾਤਾਰ ਸਾਡੇ ਨਾਲ ਸਿੱਖਾਂ ਨਾਲ ਜਿਹੜੇ ਵਿਤਕਰੇ ਹੋ ਰਹੇ ਹੈਗੇ ਨੇ, ਉਹਦੇ ਵਿੱਚ ਉਹਨਾਂ ਨੇ ਜਿਹੜੀ ਕਤਲੋਗਾਰਤ ਹੋ ਰਹੀ ਹੈ ਵਰਲਡ ਵਾਈਡ ਹੈ ਨਾ, ਸੋ ਉਹਦੇ ਤੇ ਖਿਲਾਫ ਜਿਹੜੇ ਉਹਨਾਂ ਨੇ
ਭਾਈ ਹਰਦੀਪ ਸਿੰਘ ਨਿੱਜਰ ਦਾ ਨਾਂ ਲਿਆ, ਅਵਤਾਰ ਸਿੰਘ ਖੰਡੇ ਦਾ ਨਾਂ ਲਿਆ, ਔਰ ਦੀਪ ਸਿੱਧੂ ਮੂਸੇਵਾਲੇ ਦਾ ਨਾਂ ਲਿਆ ਵੀ ਇਹ ਵੀ ਸਟੇਟ ਕਿਲਿੰਗਸ 'ਚ ਆਉਂਦੇ ਨੇ, ਤੇ ਇੱਕ ਪਰਮਜੀਤ ਸਿੰਘ ਪੰਜਵੜ ਦਾ ਜਿਨ੍ਹਾਂ ਦਾ ਪਾਕਿਸਤਾਨ 'ਚ ਕਤਲ ਹੋਇਆ। ਸੋ ਉਹਨਾਂ ਸਾਰਿਆਂ ਦਾ ਨਾਂ ਲੈ ਕੇ ਉਹਨਾਂ ਨੇ ਆਵਾਜ਼ ਉਠਾਈ ਹੈ। ਸੋ ਅਸੀਂ ਮਾਨ ਸਾਹਿਬ ਦੇ ਧੰਨਵਾਦੀ ਹਾਂ ਵੀ ਜਿਨ੍ਹਾਂ ਨੇ ਇੱਕੋ ਇੱਕ ਸਿੱਖ ਐਮਪੀ ਹੋਣ ਦੇ ਨਾਤੇ ਜਿਹੜਾ ਪੰਥਕ ਦਰਦ ਨੂੰ ਪ੍ਰਣਾਇਆ ਹੋਇਆ, ਵੀ ਉਹਨਾਂ ਨੇ ਜਜ਼ਬੇ ਨਾਲ ਜਿੰਨਾ ਕੁ ਵੀ ਉਹਨਾਂ ਨੂੰ ਟਾਈਮ ਮਿਲਿਆ ਔਰ ਜਿੰਨੀ ਕੁ ਵੀ ਉਹਨਾਂ 'ਚ ਸਮਰੱਥਾ, ਉਹਨਾਂ ਦੀ ਉਮਰ ਦੇ ਤਕਾਜ਼ੇ ਦੇ ਹਿਸਾਬ ਨਾਲ ਉਹਨਾਂ ਨੇ ਜਿਹੜੀ ਆਵਾਜ਼ ਉਠਾਈ ਹੈ। ਸੋ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਹੈ। ਜੀ ਬਿਲਕੁਲ ਜੀ। ਤੇ ਇਸ ਦੇ ਨਾਲ ਗੱਲ ਕਰ ਲੈਂਦੇ ਹਾਂ ਬੀਬਾ ਹਰਸਿਮਰਤ ਕੌਰ ਬਾਦਲ ਹੋਣਾ ਦੀ, ਜਿਨ੍ਹਾਂ ਦੇ ਵੱਲੋਂ ਫਿਰ ਜਿਹੜਾ ਹੈ ਭਾਜਪਾ ਤੇ ਕਾਂਗਰਸ ਉੱਤੇ ਜਿਹੜੇ ਤਿੱਖੇ ਹਮਲੇ ਜਿਹੜੇ ਨੇ ਕੀਤੇ ਗਏ ਨੇ। ਕੀ ਕਹੋਗੇ ਸਰਦਾਰ ਅਵਤਾਰ ਸਿੰਘ ਜੀ, ਦੁਬਾਰਾ ਇੱਕ ਵਾਰੀ ਸਰਗਰਮ ਨਜ਼ਰ ਆਏ? ਹਾਂਜੀ। ਸੋ ਬੀਬੀ ਜੀ ਨੇ, ਅਸੀਂ ਕਹਿ ਸਕਦੇ ਹਾਂ ਵੀ ਬਹੁਤ ਹੀ ਵਧੀਆ ਜਿਹੜਾ ਭਾਸ਼ਣ ਦਿੱਤਾ ਹੈਗਾ, ਟੂ ਦੀ ਪੁਆਇੰਟ, ਸਿੱਖ ਜਜ਼ਬਿਆਂ ਦੀ ਜਿਹੜੀ ਤਰਜਮਾਨੀ ਕਰਦਾ ਸੀ। ਔਰ ਬੀਬੀ ਜੀ ਨੇ ਪੁਰਾਣੇ ਅਲੰਭੇ ਆ ਜਿਹੜੇ ਲਾ ਦਿੱਤੇ ਹੋਏ ਹਨ। ਸੋ ਪੁਰਾਣੇ ਸਮੇਂ ਦੌਰਾਨ ਉਹਨਾਂ ਤੇ ਕੋਈ ਦਬਾਅ ਸੀ ਪਾਰਟੀ ਦਾ ਜਾਂ ਪਰਿਵਾਰ ਦਾ, ਸਾਨੂੰ ਨਹੀਂ ਪਤਾ, ਪਰ ਪਿਛਲੇ ਦਿਨੀ ਪਾਰਲੀਮੈਂਟ ਵਿੱਚ ਜਿਹੜਾ ਉਹਨਾਂ ਨੇ ਭਾਸ਼ਣ ਦਿੱਤਾ ਬਾ ਕਮਾਲ ਸੀ। ਸੋ ਬੀਬੀ ਜੀ ਨੂੰ ਅਸੀਂ ਸਤਿਕਾਰ ਵੀ ਭੇਟ ਕਰਦੇ ਹੈਗੇ ਆ। ਸੋ ਉਹਨਾਂ ਨੇ ਆਖਿਆ, ਉਹ ਕਹਿੰਦੇ ਵੀ ਦੱਸੋ ਅਸੀਂ ਕਿਹਦੇ ਤੇ ਵਿਸ਼ਵਾਸ ਕਰੀਏ। ਕਾਂਗਰਸ ਨੇ 1984 ਵਿੱਚ ਸਾਡਾ ਕਤਲੇਆਮ ਕਰਿਆ ਤੇ ਭਾਰਤੀ ਜਨਤਾ ਪਾਰਟੀ ਹੁਣ ਸਿੱਖ ਸੰਸਥਾਵਾਂ ਤੇ ਉਸ ਤਰ੍ਹਾਂ ਦੇ ਵਾਰ ਕਰ ਰਹੀ ਹੈ। ਸੋ ਤੇ ਦੂਜਾ ਹੈਗਾ ਵੀ ਭਾਰਤੀ ਜਨਤਾ ਪਾਰਟੀ ਨੇ ਕੋਈ ਇਨਸਾਫ ਵੀ ਨਹੀਂ ਦਿੱਤਾ। ਉਹ ਕਹਿੰਦੇ ਵੀ ਸਾਡੇ ਲਈ ਕਾਂਗਰਸ ਤੇ ਭਾਜਪਾ ਇੱਕੋ ਜਿਹੇ ਦੋਸ਼ੀ ਨੇ, ਹਨਾ। ਸੋ ਇਹ ਗੱਲ ਪਹਿਲਾਂ ਕਰ ਲੈਂਦੇ ਤੇ ਸ਼ਾਇਦ ਬਚਾਅ ਹੋ ਜਾਂਦਾ। ਆਪਾਂ ਕਿ ਪੰਜਾਬ ਦੇ ਲੋਕ ਤਾਂ ਘੱਟੋ ਘੱਟ ਨਾਲ ਹੋਣੇ ਸੀ। ਹਾਂਜੀ। ਉਹ ਕਹਿੰਦੇ ਵੀ ਕਾਂਗਰਸ ਨੇ ਸਾਡੇ ਪਾਣੀ ਖੋਹੇ, ਸਾਡੇ ਇਲਾਕੇ ਖੋਹੇ ਆ, ਸਾਡੇ ਪੰਜਾਬੀ ਸੂਬਾ ਸੀਗਾ ਉਹਦੇ ਤੇ ਸਾਰਾ ਉਹਨਾਂ ਨੇ ਕਰਿਆ, ਤੇ ਭਾਰਤੀ ਜਨਤਾ ਪਾਰਟੀ ਹੁਣ ਉਹ ਤੋਂ ਅੱਗੇ ਕਦਮ ਵੱਧ ਕੇ ਸਾਡੀਆਂ ਸਿੱਖ ਸੰਸਥਾਵਾਂ ਤੇ ਕਬਜ਼ੇ 'ਚ ਮਾਰ ਰਹੀ ਹੈ, ਸਿੱਖ ਬੰਦਿਆਂ ਦੀ ਰਿਹਾਈ ਨਹੀਂ ਕਰ ਰਹੀ, ਕਾਨੂੰਨ ਅਨੁਸਾਰ ਜਿਹੜਾ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਸੋ ਕਹਿੰਦੇ ਵੀ ਲਗਾਤਾਰ ਤੁਸੀਂ ਦੇਖੋ, ਕਹਿੰਦੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਦੌਰਾਨ ਹੀ ਸਾਡੀਆਂ ਸਮਾਜ ਸੇਵਾ ਕਰਨ ਵਾਲੀਆਂ ਸੰਸਥਾਵਾਂ ਦੇ ਉੱਤੇ ਛਾਪੇ ਪੈ ਰਹੇ ਨੇ। ਉਹਨਾਂ ਨੂੰ ਅੱਤਵਾਦੀ ਐਲਾਨਣ ਦਾ ਜਿਹੜਾ ਇੱਕ ਤਰ੍ਹਾਂ ਨਾਲ ਵੀ ਉਹਨਾਂ ਬਾਰੇ ਸ਼ੱਕ ਪੈਦਾ ਕੀਤੇ ਜਾ ਰਹੇ, ਜਿਹੜੇ ਵੱਖ-ਵੱਖ ਆਈਆਂ ਕਰੋਪੀਆਂ ਦੌਰਾਨ ਜਿਹੜੀਆਂ ਸੰਸਥਾਵਾਂ ਕੰਮ ਕਰਦੀਆਂ ਨੇ ਉਹਨਾਂ ਤੇ ਵੀ ਛਾਪੇ ਮਾਰ ਕੇ ਉਹਨਾਂ ਨੂੰ ਪੀੜਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਬੀਬੀ ਜੀ ਨੇ ਸਾਰੇ ਮਸਲੇ ਚੁੱਕੇ ਨੇ। ਬਹੁਤ ਧੰਨਵਾਦ ਹੈ ਬੀਬੀ ਜੀ ਦਾ। ਕਾਸ਼ ਅਕਾਲੀ ਦਲ ਇਸ ਤਰ੍ਹਾਂ ਦਾ ਸਟੈਂਡ ਪਹਿਲਾਂ ਲੈ ਲੈਂਦਾ ਤਾਂ ਹੋ ਸਕਦਾ ਸੀ ਜਿਸ ਰਾਜਨੀਤਿਕ ਮੰਝਧਾਰ ਵਿੱਚ ਅਕਾਲੀ ਦਲ ਅੱਜ ਫਸਿਆ ਹੋਇਆ ਉਹਦੇ ਵਿੱਚ ਨਾ ਹੁੰਦਾ ਤੇ ਅੱਜ ਅਕਾਲੀ ਦਲ ਦੀ ਪੰਜਾਬ ਵਿੱਚ ਸਰਕਾਰ ਹੁੰਦੀ। ਤੇ ਦੂਜੇ ਬੰਨੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ 13 ਐਮਪੀ ਨੇ, ਉਹਨਾਂ ਦੇ ਵਿੱਚੋਂ 2 ਦੀ ਆਪਾਂ ਗੱਲ ਕਰਦੇ ਹਾਂ ਵੀ ਇਹਨਾਂ ਨੇ ਸਿੱਖ ਪੱਖ ਦੀ ਗੱਲ ਕੀਤੀ ਹੈ। ਹੁਣ ਸਿੱਖਾਂ ਦੀ ਤਾਂ ਉੱਥੇ ਬਹੁਤ ਗਿਣਤੀ ਹੈਗੀ ਹੈ, ਫਿਰ ਬਾਕੀ ਕਿਉਂ ਨਹੀਂ? ਜਾਂ ਜੇ ਆਪਾਂ ਅਕਾਲੀ ਦਲ ਦੀ ਗੱਲ ਕਰੀਏ, ਸੁਖਬੀਰ ਸਿੰਘ ਬਾਦਲ ਹੋਣੀ ਕਦੀ ਇਦਾਂ ਬੋਲਦੇ ਹੋਏ ਨਜ਼ਰ ਕਿਉਂ ਨਹੀਂ ਆਉਂਦੇ? ਹਾਂਜੀ। ਪਿਛਲੇ ਦਿਨ ਹੀ ਉਹ ਆਖਰੀ ਦਿਨ ਆ, ਕਿਉਂਕਿ ਉਹਨਾਂ ਨੂੰ ਮੇਰੇ ਖਿਆਲ ਇੱਕ ਦਿਨ ਘੱਟੋ ਘੱਟ ਜਾਣਾ ਜ਼ਰੂਰੀ ਹੁੰਦਾ, ਤੋਂ ਆਖਰੀ ਦਿਨ ਉਹ ਪਾਰਲੀਮੈਂਟ ਵਿੱਚ ਗਏ ਆ। ਤੁਹਾਡੀ ਗੱਲ ਬਿਲਕੁਲ ਠੀਕ ਆ। ਸੁਖਬੀਰ ਸਿੰਘ ਬਾਦਲ ਨੂੰ ਇਹ ਮੋਰਚਾ ਸੰਭਾਲਣਾ ਚਾਹੀਦਾ ਸੀ, ਅਕਾਲੀ ਦਲ ਦੇ ਉਹ ਪ੍ਰਧਾਨ ਨੇ। ਸੋ ਬੀਬੀ ਜੀ ਨੇ ਬੇਸ਼ੱਕ ਉਹਨਾਂ ਦੀ ਤਰਫੋਂ ਜਾਂ ਪਾਰਟੀ ਦੀ ਤਰਫ ਤੋਂ ਉਹ ਸਾਰਾ ਕੰਮ ਕਰਿਆ ਹੈ, ਪਰ ਸੁਖਬੀਰ ਸਿੰਘ ਬਾਦਲ ਦੀ ਇਹ ਨੈਤਿਕ ਜ਼ਿੰਮੇਵਾਰੀ, ਜਿੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਡਟ ਕੇ ਬੋਲੇ, ਉੱਥੇ ਸੁਖਬੀਰ ਸਿੰਘ ਬਾਦਲ ਨੂੰ ਵੀ ਡਟ ਕੇ ਬੋਲਣਾ ਚਾਹੀਦਾ ਸੀ। ਦੋਵਾਂ ਨੂੰ ਜਿਹੜਾ ਹੈ ਪਤੀ ਪਤਨੀ ਨੂੰ ਡਟ ਕੇ ਖਾਲਸਾ ਪੰਥ ਦੇ ਔਰ ਸਿੱਖਾਂ ਦੇ ਮਸਲੇ ਜਿਹੜੇ ਚੁੱਕਣੇ ਚਾਹੀਦੇ ਸੀ, ਤਾਂ ਹੀ ਜਿਹੜੇ ਲੋਕ ਨੇ ਉਹਨਾਂ ਤੇ ਵਿਸ਼ਵਾਸ ਕਰਨਾ ਆਰੰਭ ਕਰਨਗੇ। ਅਦਰਵਾਈਜ਼ ਇਸ ਵੇਲੇ ਅਕਾਲੀ ਦਲ ਵੀ ਔਰ ਖਾਸ ਕਰਕੇ ਬਾਦਲ ਪਰਿਵਾਰ ਆ ਜਿਹੜਾ ਸਿੱਖਾਂ ਦਾ ਵਿਸ਼ਵਾਸ ਬਿਲਕੁਲ ਹੀ ਗਵਾ ਚੁੱਕਿਆ ਹੋਇਆ। ਇਹਨੂੰ ਬਹੁਤ ਟਾਈਮ ਲੱਗ ਸਕਦਾ, ਹੋ ਸਕਦਾ ਨਾ ਵੀ ਹੋਵੇ। ਸੋ ਜਿਸ ਕਿਸਮ ਦਾ ਵਿਸ਼ਵਾਸਘਾਤ ਉਹ ਕਰ ਚੁੱਕੇ ਨੇ ਉਹ ਸਾਨੂੰ ਬਹੁਤ ਔਖਾ ਲੱਗ ਰਿਹਾ ਵੀ ਘੱਟੋ ਘੱਟ ਬਾਦਲ ਪਰਿਵਾਰ ਤੇ ਜਿਹੜਾ ਹੈਗਾ ਸਿੱਖਾਂ ਦਾ ਕਰਨਾ ਥੋੜਾ ਜਿਹਾ ਔਖਾ ਹੈਗਾ।